सत श्री अकाल प्यारे विद्यार्थियों, प्यारे बच्चों। अज असी 11वीं क्लास के सिलेबस अनुसार जिमें कि तुहानूं जो नीति कथावां दित्तियां गईयां हन, आओ नीति कथावां बारे ते इन्हां दी हिस्टरी बारे जानते हाँ, पढ़ते हाँ। नीति कथावां वो कथावां जिन्हां राहीं ਸਰੋਤਿਆਂ ਜਾਂ ਪਾਠਕਾਂ ਨੂੰ जीवन ਵਿੱਚ ਕੰਮ ਆਉਣ ਵਾਲੀਆਂ ਨੀਤੀਆਂ, ਜੁਗਤਾਂ ਤੇ ਚਾਲਾਂ ਸਮਝਾਉਣ ਦਾ ਯਤਨ ਹੋਵੇ, ਉਹ ਨੀਤੀ ਕਥਾਵਾਂ ਕਹਾਉਂਦੀਆਂ ਹਨ। ਜਿਵੇਂ ਲੋਕ ਸਾਹਿਤ ਦਾ ਇੱਕ ਅੰਗ ਲੋਕ ਕਹਾਣੀਆਂ ਹਨ, ਤਿਵੇਂ ਲੋਕ ਕਹਾਣੀਆਂ ਦਾ ਇੱਕ ਅੰਗ ਨੀਤੀ ਕਥਾਵਾਂ ਹਨ। ਨੀਤੀ ਕਥਾਵਾਂ ਵਿੱਚ ਸਿੱਖਿਆ ਜਾਂ ਉਪਦੇਸ਼ ਨੂੰ ਸਿੱਧੇ ਤੌਰ 'ਤੇ ਦੇਣ ਦੀ ਥਾਂ ਕਹਾਣੀ ਵਿੱਚ ਪਰੋ ਕੇ ਦਿੱਤਾ ਜਾਂਦਾ ਹੈ। ਨੀਤੀ ਕਥਾਵਾਂ ਵਿੱਚ ਕਹਾਣੀ ਰਸ ਪ੍ਰਧਾਨ ਹੋਣ ਕਾਰਨ ਇਹ ਮਨੋਰੰਜਕ ਹੁੰਦੀਆਂ ਹਨ। ਇਹਨਾਂ ਕਥਾਵਾਂ ਵਿੱਚ ਵਿਚਿੱਤਰਤਾ ਅਤੇ ਵਾਸਤਵਿਕਤਾ ਦਾ ਬੜਾ ਸੁੰਦਰ ਸੁਮੇਲ ਹੁੰਦਾ ਹੈ। ਨੀਤੀ ਕਥਾਵਾਂ ਦੇ ਪ੍ਰਾਚੀਨ ਗ੍ਰੰਥਾਂ ਪੰਚਤੰਤਰ ਅਤੇ ਹਿਤੋਪਦੇਸ਼ ਵਿੱਚ ਸ਼ਾਮਲ ਕਹਾਣੀਆਂ ਨੂੰ ਪੰਜਾਬ ਦੀਆਂ ਨੀਤੀ ਕਥਾਵਾਂ ਹੀ ਮੰਨਿਆ ਜਾਂਦਾ ਹੈ। ਕਥਾ ਸਾਹਿਤ ਸਾਗਰ ਨਾਂ ਦਾ ਗ੍ਰੰਥ ਵੀ ਅਜਿਹੀਆਂ ਕਥਾਵਾਂ ਦਾ ਭੰਡਾਰ ਹੈ। ਪੰਚਤੰਤਰ ਦੀਆਂ ਕਹਾਣੀਆਂ ਬਾਰੇ ਇਹੋ ਮਤ ਹੈ ਕਿ ਇਹ ਬਾਦਸ਼ਾਹ ਦੇ ਨਲਾਇਕ ਬੇਟਿਆਂ ਨੂੰ ਰਾਜਨੀਤੀ ਦੇ ਗੁਣ ਸਿਖਾਉਣ ਅਤੇ ਸਿੱਖਿਆ ਦੇਣ ਲਈ ਉਹਨਾਂ ਦੇ ਅਧਿਆਪਕ ਦੁਆਰਾ ਸਿਰਜੀਆਂ ਗਈਆਂ ਸਨ। ਹਰ ਕਹਾਣੀ ਦੇ ਅੰਤ 'ਤੇ ਕੋਈ ਨਾ ਕੋਈ ਸਮਾਜਿਕ, ਸਦਾਚਾਰਕ, ਧਾਰਮਿਕ ਜਾਂ ਰਾਜਨੀਤਿਕ ਉਪਦੇਸ਼ ਦਿੱਤਾ ਗਿਆ ਹੈ। ਲਾਲਸਾ ਦੀ ਚੱਕੀ, ਲਾਲਚੀ ਕੁੱਤਾ, ਲੂੰਮੜੀ ਅਤੇ ਕਾਂ, ਬਘਿਆੜ ਅਤੇ ਲੇਲਾ, ਊਠ ਤੇ ਗਿੱਦੜ, ਸ਼ੇਰ ਤੇ ਚੂਹਾ ਆਦਿ ਸਭ ਨੀਤੀ ਕਥਾਵਾਂ ਹਨ। ਨੀਤੀ ਕਥਾਵਾਂ ਦਾ ਮੁੱਖ ਲੱਛਣ ਇਹ ਹੈ ਕਿ ਇਹਨਾਂ ਦੇ ਪਾਤਰ ਜਿੱਥੇ ਮਨੁੱਖ ਹਨ, ਉੱਥੇ ਪਸ਼ੂ, ਪੰਛੀ ਅਤੇ ਬੇਜਾਨ ਵਸਤਾਂ ਵੀ ਹਨ। ਇਹ ਮਨੁੱਖਾਂ ਵਾਂਗ ਬੋਲਦੇ, ਕਾਰਜ ਕਰਦੇ, ਰਿਸ਼ਤੇ ਬਣਾਉਂਦੇ, ਦੁਸ਼ਮਣੀਆਂ ਪਾਲਦੇ ਅਤੇ ਮਿੱਤਰ ਨਿਭਾਉਂਦੇ ਹਨ। ਇਸ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਮੂਲ ਤੌਰ 'ਤੇ ਰਾਜ ਘਰਾਣੇ ਦੇ ਬੱਚਿਆਂ ਭਾਵ ਰਾਜਕੁਮਾਰਾਂ ਨੂੰ ਰਾਜਨੀਤੀ ਸਿਖਾਉਣ ਲਈ ਇਹ ਕਥਾਵਾਂ ਘੜੀਆਂ ਗਈਆਂ ਸਨ। ਇਸੇ ਲਈ ਇਹਨਾਂ ਵਿੱਚ ਪਸ਼ੂ, ਪੰਛੀਆਂ ਆਦਿ ਦੇ ਮਾਧਿਅਮ ਰਾਹੀਂ ਮਨੁੱਖੀ ਸੁਭਾਅ ਦੀਆਂ ਬਰੀਕੀਆਂ ਸਮਝਾਈਆਂ ਗਈਆਂ ਹਨ। ਕਈਆਂ ਥਾਵਾਂ 'ਤੇ ਨੀਤੀ ਸੂਤਰ ਕਹਾਣੀ ਦੇ ਅੰਤ ਵਿੱਚ ਸਪਸ਼ਟ ਰੂਪ ਵਿੱਚ ਦਿੱਤਾ ਹੁੰਦਾ ਹੈ। ਆਮ ਤੌਰ 'ਤੇ ਇਹ ਸੂਤਰ ਸ਼ੁਰੂ ਤੋਂ ਹੀ ਉਗੜਨਾ ਸ਼ੁਰੂ ਹੋ ਜਾਂਦਾ ਹੈ। ਆਮ ਤੌਰ 'ਤੇ ਅਜਿਹੀਆਂ ਕਹਾਣੀਆਂ ਦੇ ਦੋ ਭਾਗ ਹੁੰਦੇ ਹਨ। ਪਹਿਲੇ ਹਿੱਸੇ ਵਿੱਚ ਵਾਰਤਾ ਦੇ ਨਾਲ ਨਾਲ ਉਦੇਸ਼ ਨੂੰ ਉਦਾਹਰਣ ਸਹਿਤ ਸਮਝਾਇਆ ਜਾਂਦਾ ਹੈ ਅਤੇ ਦੂਸਰੇ ਹਿੱਸੇ ਵਿੱਚ ਉਪਦੇਸ਼ਾਤਮਕ ਕਥਨ ਦੀ ਵਿਵਰਣ ਲੋਕੋਕਤੀ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਉਪਦੇਸ਼ ਜਾਂ ਸਿੱਖਿਆ ਨੀਤੀ ਕਥਾ ਦਾ ਬੁਨਿਆਦੀ ਤੱਤ ਹੈ। ਇਹਨਾਂ ਕਥਾਵਾਂ ਰਾਹੀਂ ਸਮਝਾਈਆਂ ਗਈਆਂ ਨੀਤੀਆਂ ਅਜੋਕੇ ਸਮੇਂ ਦੇ ਪ੍ਰਸੰਗ ਵਿੱਚ ਵੇਖਿਆਂ ਸਰਲ ਜਾਂ ਵਕਤ ਵਿਹਾ ਚੁੱਕੀਆਂ ਵੀ ਜਾਪ ਸਕਦੀਆਂ ਹਨ, ਪਰ ਇਹਨਾਂ ਨੂੰ ਮੱਧ ਕਾਲ ਦੀਆਂ ਪ੍ਰਸਥਿਤੀਆਂ ਵਿੱਚ ਰੱਖ ਕੇ ਵੇਖਿਆ ਜਾਵੇ ਤਾਂ ਇਹ ਓੜਕਦੀਆਂ ਪ੍ਰਭਾਵਸ਼ਾਲੀ ਜਾਪਦੀਆਂ ਹਨ। ਪੰਜਾਬੀ ਨੀਤੀ ਕਥਾਵਾਂ ਦਾ ਰੰਗ ਸਿੱਧੇ ਅਸਿੱਧੇ ਰੂਪ ਵਿੱਚ ਸਾਡੇ ਅਜੋਕੇ ਬਾਲ ਸਾਹਿਤ ਉੱਤੇ ਵੀ ਪਿਆ ਹੈ। ਆਮ ਜ਼ਿੰਦਗੀ ਵਿੱਚ ਵੀ ਟੋਟਕਿਆਂ ਅਤੇ ਹਵਾਲਿਆਂ ਵਜੋਂ ਇਹ ਨੀਤੀ ਕਥਾਵਾਂ ਵਰਤੀਆਂ ਜਾਂਦੀਆਂ ਹਨ। ਆਓ ਬੇਟਾ ਇਹਨਾਂ ਨੀਤੀ ਕਥਾਵਾਂ ਦੇ ਸੰਬੰਧ ਵਿੱਚ ਕੁਝ ਵੈਰੀ ਸ਼ਾਰਟ ਜਿਹੜੇ ਪ੍ਰਸ਼ਨ ਨੇ ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਪਾਠਕਾਂ ਸਰੋਤਿਆਂ ਨੂੰ ਜੀਵਨ ਵਿੱਚ
ਕੰਮ ਆਉਣ ਵਾਲੀਆਂ ਨੀਤੀਆਂ, ਜੁਗਤਾਂ ਅਤੇ ਚਾਲਾਂ ਨੂੰ ਸਮਝਾਉਣ ਦਾ ਯਤਨ ਕਰਨ ਵਾਲੀ ਕਥਾ ਲੋਕ ਕਹਾਣੀ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਨੀਤੀ ਕਥਾ। ਕਿਸ ਰਚਨਾ ਵਿੱਚ ਸਿੱਖਿਆ ਜਾਂ ਉਪਦੇਸ਼ ਸਿੱਧੇ ਨਹੀਂ ਸਗੋਂ ਕਥਾ ਵਿੱਚ ਪਰੋ ਕੇ ਦਿੱਤੇ ਜਾਂਦੇ ਹਨ? ਉੱਤਰ ਹੈ ਨੀਤੀ ਕਥਾ। ਵਿਚਿੱਤਰਤਾ ਅਤੇ ਵਾਸਤਵਿਕਤਾ ਦਾ ਸੁਮੇਲ ਕਿਸ ਵਿੱਚ ਹੁੰਦਾ ਹੈ? ਨੀਤੀ ਕਥਾ ਵਿੱਚ। ਪਸ਼ੂਆਂ ਪੰਛੀਆਂ ਦੇ ਮਾਧਿਅਮ ਰਾਹੀਂ ਮਨੁੱਖੀ ਸੁਭਾਅ ਦੀਆਂ ਬਰੀਕੀਆਂ ਕਿਹਨਾਂ ਕਥਾਵਾਂ ਰਾਹੀਂ ਸਮਝਾਈਆਂ ਜਾਂਦੀਆਂ ਹਨ? ਉੱਤਰ ਹੈ ਨੀਤੀ ਕਥਾ ਰਾਹੀਂ। ਨੀਤੀ ਕਥਾਵਾਂ ਦੇ ਦੋ ਪ੍ਰਾਚੀਨ ਗ੍ਰੰਥਾਂ ਦੇ ਨਾਮ ਲਿਖੋ। ਪੰਚਤੰਤਰ ਅਤੇ ਹਿਤੋਪਦੇਸ਼। ਇਹ ਦੋ ਬੇਟਾ ਗ੍ਰੰਥਾਂ ਦੇ ਨਾਮ ਹਨ ਪ੍ਰਾਚੀਨ। 6 ਨੰਬਰ ਪ੍ਰਸ਼ਨ, ਕਥਾ ਸਾਹਿਤ ਸਾਗਰ ਗ੍ਰੰਥ ਵਿੱਚ ਕੀ ਹੈ? ਉੱਤਰ ਹੈ ਨੀਤੀ ਕਥਾਵਾਂ। ਕਿਹਨਾਂ ਕਥਾਵਾਂ ਵਿੱਚ ਪਸ਼ੂ ਪੰਛੀ ਅਤੇ ਬੇਜਾਨ ਵਸਤਾਂ ਮਨੁੱਖਾਂ ਵਾਂਗ ਰਿਸ਼ਤੇ ਪੇਸ਼ ਆਉਂਦੇ, ਮਿੱਤਰਤਾਈਆਂ ਨਿਭਾਉਂਦੇ ਅਤੇ ਦੁਸ਼ਮਣਤਾਈਆਂ ਪਾਲਦੇ ਹਨ? ਉੱਤਰ ਹੈ ਨੀਤੀ ਕਥਾਵਾਂ ਵਿੱਚ। ਰਾਜ ਘਰਾਣਿਆਂ ਦੇ ਬੱਚਿਆਂ ਨੂੰ ਰਾਜਨੀਤੀ ਸਿਖਾਉਣ ਲਈ ਕਿਹਨਾਂ ਕਥਾਵਾਂ ਦੀ ਰਚਨਾ ਹੋਈ? ਉੱਤਰ ਹੈ ਨੀਤੀ ਕਥਾਵਾਂ ਦੀ। ਸੋ ਬੇਟਾ ਨੀਤੀ ਕਥਾ ਦੇ ਵਿੱਚ ਆਓ ਅਸੀਂ ਜਿਹੜੀ ਸਾਡੀ ਅਗਲੀ ਕਹਾਣੀ ਹੈ ਜਾਂ ਨੀਤੀ ਕਥਾ ਹੈ, ਇਹ ਨੀਤੀ ਕਥਾ ਨੂੰ ਅਸੀਂ ਪੜ੍ਹਦੇ ਹਾਂ। ਇਸ ਦਾ ਨਾਮ ਹੈ ਲਾਲਸਾ ਦੀ ਚੱਕੀ। ਜਿਵੇਂ ਕਿ ਅਸੀਂ ਕਹਾਣੀ ਦੇ ਵਿੱਚ ਤੁਹਾਨੂੰ ਮੈਂ ਇੱਕ ਇਹਦਾ ਜਿਹੜਾ ਮੇਨ ਉਦੇਸ਼ ਆ ਬੇਟਾ ਉਹ ਬੋਲ ਕੇ ਦੱਸਦਾ ਵਾਂ। ਜਿਵੇਂ ਕਿ ਲਾਲਚ ਬੁਰੀ ਬਲਾ ਹੈ। ਹੁਣ ਇਹ ਜੋ ਅਸੀਂ ਸੰਖੇਪ ਦੇ ਵਿੱਚ ਗੱਲ ਕਹੀ ਆ, ਇਸ ਨੂੰ ਐਕਸਪਲੇਨ ਕੀਤਾ ਗਿਆ ਇਸ ਲਾਲਸਾ ਦੀ ਚੱਕੀ ਦੇ ਰੂਪ ਵਿੱਚ ਜਿਹੜੀ ਕਹਾਣੀ ਤੁਹਾਨੂੰ ਪੜ੍ਹਾਵਾਂਗੇ। ਸੋ ਇਹ ਕਹਾਣੀ ਇਸ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਆਓ ਵੇਖਦੇ ਹਾਂ ਇਸ ਕਹਾਣੀ ਵਿੱਚ ਕਿਵੇਂ ਸਾਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਲਾਲਸਾ ਦੀ ਚੱਕੀ। ਇੱਕ ਸ਼ਹਿਰ ਵਿੱਚ ਇੱਕ ਬੰਦਾ ਰਹਿੰਦਾ ਸੀ। ਉਹ ਬੜਾ ਲਾਲਚੀ ਸੀ। ਉਸਨੇ ਕਿੱਧਰੋਂ ਸੁਣਿਆ ਹੋਇਆ ਸੀ ਜੇ ਸਾਧੂ ਸੰਤਾਂ ਦੀ ਸੇਵਾ ਕਰੀਏ ਤਾਂ ਬੜਾ ਧਨ ਪ੍ਰਾਪਤ ਹੁੰਦਾ ਹੈ। ਇਹ ਸੋਚ ਕੇ ਉਸਨੇ ਸਾਧਾਂ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇੱਕ ਵਾਰ ਦੀ ਗੱਲ ਹੈ ਕਿ ਉਸ ਦੇ ਘਰ ਬੜੀ ਕਰਨੀ ਵਾਲੇ ਇੱਕ ਸੰਤ ਆਏ। ਉਹਨਾਂ ਨੇ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ 4 ਦੀਵੇ ਦਿੱਤੇ ਅਤੇ ਕਿਹਾ, ਇਹਨਾਂ ਵਿੱਚੋਂ ਇੱਕ ਦੀਵਾ ਬਾਲ ਕੇ ਪੂਰਬ ਦਿਸ਼ਾ ਵੱਲ ਤੁਰ ਪੈਣਾ। ਜਿੱਥੇ ਦੀਵਾ ਬੁੱਝ ਜਾਵੇ ਉੱਥੋਂ ਧਰਤੀ ਪੁੱਟ ਲੈਣਾ, ਉੱਥੋਂ ਤੈਨੂੰ ਕਾਫੀ ਧਨ ਮਿਲੇਗਾ। ਜੋ ਫਿਰ ਤੈਨੂੰ ਦੌਲਤ ਦੀ ਲੋੜ ਪਵੇ ਤਾਂ ਦੂਜਾ ਦੀਵਾ ਬਾਲ ਕੇ ਪੱਛਮ ਵੱਲ ਤੁਰ ਪੈਣਾ। ਜਿੱਥੇ ਦੀਵਾ ਬਾਲਿਆ ਜਾਏਗਾ ਅਤੇ ਬੁੱਝ ਜਾਏਗਾ ਉਸ ਥਾਂ ਨੂੰ ਪੱਟਣਾ ਅਤੇ ਉੱਥੋਂ ਤੁਹਾਨੂੰ ਬਹੁਤ ਸਾਰਾ ਧਨ ਪ੍ਰਾਪਤ ਹੋਏਗਾ, ਮਨ ਚਾਹੀ ਮਾਇਆ ਮਿਲੇਗੀ। ਜੇ ਫਿਰ ਵੀ ਸੰਤੁਸ਼ਟੀ ਨਾ ਹੋਵੇ ਤਾਂ ਤੀਜਾ ਦੀਵਾ ਬਾਲ ਕੇ ਦੱਖਣ ਵੱਲ ਨੂੰ ਜਾਣਾ। ਉੱਥੇ ਉਸੇ ਤਰ੍ਹਾਂ ਦੀਵਾ ਬੁਝਣ 'ਤੇ ਜਦੋਂ ਜ਼ਮੀਨ ਪੁੱਟੇਗਾ ਤਾਂ ਤੈਨੂੰ ਬੇਓੜਕ ਧਨ ਮਿਲੇਗਾ। ਤਦ ਤੇਰੇ ਕੋਲ ਕੇਵਲ ਇੱਕ ਦੀਵਾ ਬਚ ਜਾਵੇਗਾ ਅਤੇ ਇੱਕ ਉੱਤਰ ਦੀ ਦਿਸ਼ਾ ਰਹਿ ਜਾਵੇਗੀ। ਤੂੰ ਇਹ ਦੀਵਾ ਨਹੀਂ ਬਾਲਣਾ ਅਤੇ ਨਾ ਹੀ ਇਸ ਨੂੰ ਉੱਤਰ ਵੱਲ ਲੈ ਕੇ ਜਾਣਾ ਹੈ। ਇਹ ਸਾਧੂ ਨੇ ਬੇਟਾ ਉਹਨਾਂ ਨੂੰ ਜਿਹੜਾ ਅਸੀਂ ਇੱਥੇ ਸੋਚਦੇ ਹਾਂ ਵਰ ਦਿੱਤੇ, 4 ਦੀਵੇ ਦਿੱਤੇ। ਸੋ ਆਓ ਦੇਖਦੇ ਹਾਂ ਕਿ ਜਿਹੜਾ ਉਹ ਭਗਤ ਆ ਉਹਨਾਂ ਦੀ ਵਰਤੋਂ ਕਿੱਦਾਂ ਕਰਦਾ। ਇਹ ਕਹਿ ਕੇ ਸੰਤ ਚਲੇ ਗਏ। ਉਹ ਲਾਲਚੀ ਬੰਦਾ ਉਸੇ ਵੇਲੇ ਪਹਿਲਾ ਦੀਵਾ ਬਾਲ ਕੇ ਪੂਰਬ ਦਿਸ਼ਾ ਵੱਲ ਤੁਰ ਪਿਆ। ਦੂਰ ਜੰਗਲ ਵਿੱਚ ਜਾ ਕੇ ਦੀਵਾ ਬੁਝ ਗਿਆ। ਉਹ ਬੰਦੇ ਨੇ ਉਹ ਥਾਂ ਪੁੱਟੀ ਅਤੇ ਉਸ ਨੂੰ ਪੈਸਿਆਂ ਨਾਲ ਭਰੀ ਇੱਕ ਗਾਗਰ ਮਿਲੀ। ਉਹ ਬੜਾ ਖੁਸ਼ ਹੋਇਆ। ਉਸਨੇ ਸੋਚਿਆ ਕਿ ਇਸ ਗਾਗਰ ਨੂੰ ਅਜੇ ਇੱਥੇ ਹੀ ਰਹਿਣ ਦਿੰਦਾ ਹਾਂ, ਫਿਰ ਲੈ ਜਾਵਾਂਗਾ। ਪਹਿਲਾਂ ਮੈਨੂੰ ਛੇਤੀ ਪੱਛਮ ਦਿਸ਼ਾ ਵੱਲ ਧਨ ਵੇਖ ਲੈਣਾ ਚਾਹੀਦਾ ਹੈ।
ਇਹ ਸੋਚ ਕੇ ਉਸਨੇ ਦੂਜੇ ਦਿਨ ਦੂਜਾ ਦੀਵਾ ਬਾਲਿਆ ਤੇ ਪੱਛਮ ਦਿਸ਼ਾ ਵੱਲ ਤੁਰ ਪਿਆ। ਇੱਕ ਦੂਰ ਇੱਕ ਉਜਾੜ ਥਾਂ ਦੀਵਾ ਜਾ ਬੁਝਿਆ। ਉੱਥੇ ਉਸ ਬੰਦੇ ਨੇ ਧਰਤੀ ਪੁੱਟੀ ਤਾਂ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਇੱਕ ਘੜਾ ਮਿਲਿਆ। ਉਸਨੇ ਉਸ ਘੜੇ ਨੂੰ ਵੀ ਇਹ ਸੋਚ ਕੇ ਉੱਥੇ ਰਹਿਣ ਦਿੱਤਾ ਕਿ ਪਹਿਲਾਂ ਦੱਖਣ ਵੱਲ ਜਾ ਕੇ ਵੇਖ ਲੈਣਾ ਚਾਹੀਦਾ ਹੈ। ਛੇਤੀ ਤੋਂ ਛੇਤੀ ਵੱਧ ਤੋਂ ਵੱਧ ਧਨ ਪ੍ਰਾਪਤ ਕਰਨ ਲਈ ਉਹ ਬੇਚੈਨ ਹੋ ਗਿਆ। ਅਗਲੇ ਦਿਨ ਉਹ ਦੱਖਣ ਦਿਸ਼ਾ ਵੱਲ ਚੱਲ ਪਿਆ। ਦੀਵਾ ਇੱਕ ਮੈਦਾਨ ਵਿੱਚ ਜਾ ਕੇ ਬੁਝ ਗਿਆ। ਉਸਨੇ ਉੱਥੇ ਧਰਤੀ ਪੁੱਟੀ ਤਾਂ ਉਸ ਨੂੰ ਹੀਰੇ ਮੋਤੀਆਂ ਨਾਲ ਭਰੀਆਂ 2 ਪੇਟੀਆਂ ਨਜ਼ਰ ਆਈਆਂ। ਹੀਰੇ ਮੋਤੀਆਂ ਨਾਲ ਭਰੀਆਂ ਪੇਟੀਆਂ ਦੇਖ ਕੇ ਉਸ ਲਾਲਚੀ ਆਦਮੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਤਦ ਉਹ ਸੋਚਣ ਲੱਗਾ ਕਿ ਜੇ ਇਹਨਾਂ ਤਿੰਨਾਂ ਦਿਸ਼ਾਵਾਂ ਵਿੱਚ ਇੰਨਾ ਧਨ ਪਿਆ ਹੈ ਤਾਂ ਚੌਥੀ ਦਿਸ਼ਾ ਵਿੱਚ ਵੀ ਤਾਂ ਇਸ ਤੋਂ ਵੱਧ ਦੌਲਤ ਹੋਵੇਗੀ। ਫਿਰ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਸੰਤਾਂ ਨੇ ਤਾਂ ਉਸ ਨੂੰ ਚੌਥੀ ਦਿਸ਼ਾ ਵੱਲ ਜਾਣ ਤੋਂ ਰੋਕਿਆ ਸੀ। ਦੂਜੇ ਹੀ ਪਲ ਉਸ ਦੇ ਮਨ ਨੇ ਕਿਹਾ, ਹੋ ਸਕਦਾ ਹੈ ਉਹ ਦੌਲਤ ਸੰਤ ਆਪ ਰੱਖਣੀ ਚਾਹੁੰਦੇ ਹੋਣ। ਮੈਨੂੰ ਛੇਤੀ ਉਸ 'ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਹੋਰ ਧਨ ਪ੍ਰਾਪਤ ਕਰਨ ਦੇ ਲਾਲਚ ਨੇ ਉਸ ਨੂੰ ਸੰਤਾਂ ਦੇ ਬਚਨਾਂ ਬਾਰੇ ਮੁੜ ਸੋਚਣ ਹੀ ਨਾ ਦਿੱਤਾ। ਲਾਲਚ ਆ ਗਿਆ ਮਨ ਦੇ ਵਿੱਚ। ਅਗਲੇ ਦਿਨ ਸਵੇਰੇ ਹੀ ਉਸਨੇ ਚੌਥਾ ਦੀਵਾ ਬਾਲਿਆ ਤੇ ਕਾਹਲੀ ਕਾਹਲੀ ਉੱਤਰ ਦਿਸ਼ਾ ਵੱਲ ਚੱਲ ਪਿਆ। ਦੂਰ ਅੱਗੇ ਇੱਕ ਮਹਿਲ ਕੋਲ ਜਾ ਕੇ ਦੀਵਾ ਬੁਝ ਗਿਆ। ਮਹਿਲ ਦਾ ਦਰਵਾਜ਼ਾ ਬੰਦ ਸੀ। ਉਸਨੇ ਦਰਵਾਜ਼ੇ ਨੂੰ ਧੱਕਾ ਦਿੱਤਾ ਤਾਂ ਦਰਵਾਜ਼ਾ ਖੁੱਲ੍ਹ ਗਿਆ। ਉਹ ਬੜਾ ਖੁਸ਼ ਹੋਇਆ। ਉਸਨੇ ਮਨ ਹੀ ਮਨ ਸੋਚਿਆ ਕਿ ਇਹ ਮਹਿਲ ਉਸ ਲਈ ਹੀ ਹੈ। ਉਹ ਹੁਣ ਪਹਿਲੀਆਂ 3 ਦਿਸ਼ਾਵਾਂ ਵਿੱਚ ਲੱਭੀ ਦੌਲਤ ਨੂੰ ਵੀ ਇੱਥੇ ਲਿਆ ਕੇ ਰੱਖ ਲਵੇਗਾ ਤੇ ਐਸ਼ ਕਰੇਗਾ। ਉਹ ਬੰਦਾ ਮਹਿਲ ਦੇ ਇੱਕ ਕਮਰੇ ਵਿੱਚ ਗਿਆ। ਕੋਈ ਕਮਰਾ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਸੀ। ਕਿਸੇ ਕਮਰੇ ਵਿੱਚ ਸੋਨੇ ਦੇ ਕੀਮਤੀ ਤੋਂ ਕੀਮਤੀ ਗਹਿਣੇ ਭਰੇ ਪਏ ਸਨ। ਉਸੇ ਤਰ੍ਹਾਂ ਹੋਰ ਕਮਰੇ ਵੀ ਬੇਅੰਤ ਧਨ ਦੌਲਤ ਨਾਲ ਭਰੇ ਪਏ ਸਨ। ਇਹ ਸਭ ਵੇਖ ਕੇ ਉਹ ਬੰਦਾ ਚਕਾਚੌਂਧ ਹੋਈ ਜਾਂਦਾ ਅਤੇ ਆਪਣੇ ਚੰਗੇ ਭਾਗਾਂ ਨੂੰ ਸਲਾਹੁੰਦਾ ਹੋਇਆ ਜਰਾ ਹੋਰ ਅੱਗੇ ਵਧਿਆ ਤਾਂ ਉਸ ਨੂੰ ਇੱਕ ਕਮਰੇ ਵਿੱਚ ਚੱਕੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਉਸ ਕਮਰੇ ਵਿੱਚ ਦਾਖਲ ਹੋਇਆ ਤਾਂ ਦੇਖਿਆ ਕਿ ਇੱਕ ਬੁੱਢਾ ਆਦਮੀ ਚੱਕੀ ਚਲਾ ਰਿਹਾ ਹੈ। ਲਾਲਚੀ ਬੰਦੇ ਨੇ ਬੁੱਢੇ ਨੂੰ ਕਿਹਾ ਕਿ ਤੂੰ ਇੱਥੇ ਕਿਵੇਂ ਪੁੱਜਾ? ਬੁੱਢੇ ਆਦਮੀ ਨੇ ਕਿਹਾ, ਇੰਜ ਕਰ ਜਰਾ ਇਹ ਚਲਾ, ਮੈਂ ਸਾਹ ਲੈ ਕੇ ਤੈਨੂੰ ਦੱਸਦਾ ਹਾਂ। ਲਾਲਚੀ ਬੰਦੇ ਨੇ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ। ਬੁੱਢਾ ਚੱਕੀ ਤੋਂ ਹਟ ਕੇ ਉੱਚੀ ਉੱਚੀ ਹੱਸਣ ਲੱਗਾ। ਲਾਲਚੀ ਬੰਦਾ ਉਸ ਵੱਲ ਹੈਰਾਨੀ ਨਾਲ ਵੇਖਣ ਲੱਗਾ। ਉਹ ਚੱਕੀ ਬੰਦ ਕਰਨ ਹੀ ਲੱਗਿਆ ਸੀ ਕਿ ਬੁੱਢੇ ਨੇ ਉਸ ਨੂੰ ਖਬਰਦਾਰ ਕਰਦੇ ਹੋਏ ਕਿਹਾ, ਨਾ ਨਾ ਨਾ, ਚੱਕੀ ਬੰਦ ਨਾ ਕਰੀਂ। ਫਿਰ ਬੁੱਢੇ ਨੇ ਕਿਹਾ, ਇਹ ਮਹਿਲ ਹੁਣ ਤੇਰਾ ਹੈ, ਪਰ ਇਹ ਉਤਨੀ ਦੇਰ ਹੀ ਖੜਾ ਰਹੇਗਾ ਜਿਤਨੀ ਦੇਰ ਤੂੰ ਚੱਕੀ ਚਲਾਉਂਦਾ ਰਹੇਗਾ। ਜੇ ਚੱਕੀ ਚੱਲਦੀ ਜਾਂ ਚੱਲਣੀ ਬੰਦ ਹੋ ਗਈ ਤਾਂ ਮਹਿਲ ਡਿੱਗ ਪਵੇਗਾ ਕਿ ਤੂੰ ਵੀ ਇਸ ਥੱਲੇ ਦਬ ਕੇ ਮਰ ਜਾਵੇਂਗਾ। ਕੁਝ ਪਲ ਰੁਕ ਕੇ ਬੁੱਢਾ ਫਿਰ ਕਹਿਣ ਲੱਗਾ, ਮੈਂ ਵੀ ਤੇਰੇ ਵਾਂਗ ਲਾਲਚ ਕਰਕੇ ਸੰਤਾਂ ਦੀ ਗੱਲ ਨਹੀਂ ਸੀ ਮੰਨੀ ਤੇ ਮੇਰੀ ਸਾਰੀ ਜਵਾਨੀ ਇਹ ਚੱਕੀ ਚਲਾਉਂਦਿਆਂ ਹੀ ਬੀਤ ਗਈ। ਹੁਣ ਉਹ ਆਪਣੀ ਹੱਡਬੀਤੀ ਦੱਸ ਰਿਹਾ ਕਿ ਮੈਂ ਵੀ ਨਹੀਂ ਸੀ ਸੰਤਾਂ ਦੀ ਗੱਲ ਮੰਨੀ ਤੇ ਮੇਰੇ ਵਰਗਾ ਹੁਣ ਤੂੰ ਆ ਗਿਆ। ਹੁਣ ਉਹਦੇ ਲਈ ਸਵਾਲ ਆ ਜਿਹੜਾ ਹੁਣ ਚੱਕੀ ਚਲਾ ਰਿਹਾ, ਜੇ ਰੋਕੂਗਾ ਮਹਿਲ ਉਹਦੇ ਉੱਪਰ ਡਿੱਗ ਜਾਣਾ। ਉਹ ਲਾਲਚੀ ਆਦਮੀ ਬੁੱਢੇ ਦੀ ਗੱਲ ਸੁਣ ਕੇ ਰੋਣ ਲੱਗ ਪਿਆ। ਫਿਰ ਕਹਿਣ ਲੱਗਾ, ਹੁਣ ਮੇਰਾ ਛੁਟਕਾਰਾ ਕਿਵੇਂ ਹੋਵੇਗਾ? ਬੁੱਢੇ ਨੇ ਕਿਹਾ, ਜਦੋਂ ਮੇਰੇ ਅਤੇ ਤੇਰੇ ਵਾਂਗ ਕੋਈ ਹੋਰ ਲਾਲਚ ਵਿੱਚ ਅੰਨਾ ਹੋਇਆ ਬੰਦਾ ਇੱਥੇ ਆਵੇਗਾ ਤਦ ਉਸ ਲਾਲਚੀ ਆਦਮੀ ਨੇ ਬੁੱਢੇ ਨੂੰ ਆਖਰੀ ਸਵਾਲ ਪੁੱਛਿਆ, ਤੂੰ ਹੁਣ ਬਾਹਰ ਜਾ ਕੇ ਕੀ ਕਰੇਂਗਾ? ਬੁੱਢੇ ਨੇ ਕਿਹਾ, ਮੈਂ ਸਭ ਲੋਕਾਂ ਨੂੰ ਉੱਚੀ ਉੱਚੀ ਕਹਾਂਗਾ
ਲਾਲਚ ਬੁਰੀ ਬਲਾ ਹੈ। ਸੋ ਇਹ ਸੀ ਬੇਟਾ ਕਹਾਣੀ, ਜਿਹਦੇ ਵਿੱਚ ਇੱਕ ਲਾਲਚੀ ਮਨੁੱਖ ਆ ਜਿਹੜਾ ਉਹ ਕਿਵੇਂ ਲਾਲਚ ਦੇ ਮਾਰਾ ਅੱਗੇ ਅੱਗੇ ਜਾਂਦਾ ਅਤੇ ਆਖਰ ਜਾ ਕੇ ਉਹ ਇੱਕ ਐਸੀ ਸਟੇਜ ਦੇ ਵਿੱਚ ਫਸ ਜਾਂਦਾ ਜਿੱਥੇ ਉਹਨੂੰ ਇਹ ਲੱਗਦਾ ਕਿ ਜਿਹੜਾ ਲਾਲਚ ਆ ਉਹ ਇੱਕ ਬੁਰੀ ਬਲਾ ਦੀ ਤਰ੍ਹਾਂ ਹੈ। ਸੋ ਸਾਨੂੰ ਜੀਵਨ 'ਚ ਕਦੇ ਵੀ ਜਿਹੜਾ ਲਾਲਚ ਉਹ ਨਹੀਂ ਕਰਨਾ ਚਾਹੀਦਾ। ਇਹਦੇ ਬਾਰੇ ਬਹੁਤ ਸਾਰੇ ਸ਼ਬਦ ਵੀ ਬੋਲੇ ਜਾ ਸਕਦੇ ਸੀ, ਬਟ ਤੁਸੀਂ ਆਪਣੇ ਸਧਾਰਨ ਸ਼ਬਦਾਂ ਦੇ ਵਿੱਚ ਇਸ ਕਹਾਣੀ ਦਾ ਸਾਰ ਆ ਜਿਹੜਾ ਉਹ ਲਿਖ ਸਕਦੇ ਹੋ। ਆਓ ਇਸ ਕਹਾਣੀ ਨਾਲ ਸੰਬੰਧਿਤ ਕੁਝ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਦੇ ਹਾਂ। ਲਾਲਸਾ ਦੀ ਚੱਕੀ ਕਿਸ ਕਿਸਮ ਦੀ ਕਥਾ ਹੈ? ਉੱਤਰ ਹੈ ਨੀਤੀ ਕਥਾ। ਲਾਲਸਾ ਦੀ ਚੱਕੀ ਨੀਤੀ ਕਥਾ ਦਾ ਪਾਤਰ ਬੰਦਾ ਕਿਹੋ ਜਿਹੇ ਸੁਭਾਅ ਦਾ ਸੀ? ਉੱਤਰ ਹੈ ਲਾਲਚੀ। ਲਾਲਸਾ ਦੀ ਚੱਕੀ ਨੀਤੀ ਕਥਾ ਵਿੱਚ ਬੰਦੇ ਨੇ ਸੰਤਾਂ ਦੀ ਸੇਵਾ ਕਿਉਂ ਸ਼ੁਰੂ ਕੀਤੀ? ਧਨ ਪ੍ਰਾਪਤ ਕਰਨ ਲਈ। ਸੰਤਾਂ ਨੇ ਬੰਦੇ ਨੂੰ ਕਿੰਨੇ ਦੀਵੇ ਦਿੱਤੇ? ਉੱਤਰ ਹੈ 4। 4 ਦੀਵੇ 4 ਦਿਸ਼ਾਵਾਂ। ਸੰਤ ਨੇ ਬੰਦੇ ਨੂੰ ਪਹਿਲਾ ਦੀਵਾ ਬਾਲ ਕੇ ਕਿਸ ਦਿਸ਼ਾ ਵੱਲ ਜਾਣ ਲਈ ਕਿਹਾ? ਉੱਤਰ ਹੈ ਪੂਰਬ। ਸੰਤ ਨੇ ਬੰਦੇ ਨੂੰ ਦੂਜਾ ਦੀਵਾ ਬਾਲ ਕੇ ਕਿਸ ਦਿਸ਼ਾ ਵੱਲ ਜਾਣ ਲਈ ਕਿਹਾ? ਉੱਤਰ ਹੈ ਪੱਛਮ। ਸੰਤ ਨੇ ਬੰਦੇ ਨੂੰ ਤੀਜਾ ਦੀਵਾ ਬਾਲ ਕੇ ਕਿਸ ਦਿਸ਼ਾ ਵੱਲ ਜਾਣ ਲਈ ਕਿਹਾ? ਉੱਤਰ ਹੈ ਦੱਖਣ। ਸੰਤ ਨੇ ਬੰਦੇ ਨੂੰ ਕਿਹੜਾ ਦੀਵਾ ਬਾਲਣ ਤੋਂ ਵਰਜਿਆ? ਚੌਥਾ ਦੀਵਾ। ਸੰਤ ਨੇ ਬੰਦੇ ਨੂੰ ਕਿਸ ਦਿਸ਼ਾ ਵੱਲ ਜਾਣ ਤੋਂ ਵਰਜਿਆ? ਉੱਤਰ ਹੈ ਉੱਤਰ ਦਿਸ਼ਾ ਵੱਲ। ਬੰਦੇ ਨੂੰ ਪਹਿਲਾ ਦੀਵਾ ਬਾਲ ਕੇ ਪੂਰਬ ਦਿਸ਼ਾ ਵੱਲ ਜਾਣ 'ਤੇ ਕੀ ਮਿਲਿਆ? ਉੱਤਰ ਹੈ ਪੈਸਿਆਂ ਨਾਲ ਭਰੀ ਗਾਗਰ। ਪ੍ਰਸ਼ਨ, ਬੰਦੇ ਨੂੰ ਦੂਜਾ ਦੀਵਾ ਬਾਲ ਕੇ ਪੱਛਮ ਦਿਸ਼ਾ ਵੱਲ ਜਾਣ 'ਤੇ ਕੀ ਮਿਲਿਆ? ਮੋਹਰਾਂ ਨਾਲ ਭਰਿਆ ਘੜਾ। ਪ੍ਰਸ਼ਨ ਨੰਬਰ 12, ਬੰਦੇ ਨੂੰ ਤੀਜਾ ਦੀਵਾ ਬਾਲ ਕੇ ਦੱਖਣ ਦਿਸ਼ਾ ਵੱਲ ਜਾਣ 'ਤੇ ਕਾਹਦੇ ਨਾਲ ਭਰੀਆਂ 2 ਪੇਟੀਆਂ ਮਿਲੀਆਂ? ਉੱਤਰ ਹੈ ਹੀਰੇ ਮੋਤੀਆਂ ਨਾਲ ਭਰੀਆਂ 2 ਪੇਟੀਆਂ। ਪ੍ਰਸ਼ਨ ਨੰਬਰ 13, ਚੌਥਾ ਦੀਵਾ ਬਾਲ ਕੇ ਉੱਤਰ ਦਿਸ਼ਾ ਵੱਲ ਜਾਣ 'ਤੇ ਬੰਦਾ ਕਿੱਥੇ ਪੁੱਜਾ? ਉੱਤਰ ਹੈ ਇੱਕ ਮਹਿਲ ਵਿੱਚ। ਪ੍ਰਸ਼ਨ, ਇੱਕ ਕਮਰੇ ਵਿੱਚ ਚੱਕੀ ਕੌਣ ਚਲਾ ਰਿਹਾ ਸੀ? ਉੱਤਰ ਹੈ ਇੱਕ ਬੁੱਢਾ। ਪ੍ਰਸ਼ਨ ਨੰਬਰ 15, ਬੁੱਢੇ ਨੇ ਬੰਦੇ ਨੂੰ ਕਿਸ ਕੰਮ ਲਾ ਦਿੱਤਾ? ਉੱਤਰ ਹੈ ਚੱਕੀ ਚਲਾਉਣ। ਪ੍ਰਸ਼ਨ ਨੰਬਰ 16, ਚੱਕੀ ਚਲਾਉਣੀ ਬੰਦ ਕਰਨ ਨਾਲ ਮਹਿਲ ਨੂੰ ਕੀ ਹੋਣਾ ਸੀ? ਉੱਤਰ ਹੈ ਬੰਦਿਆਂ ਉੱਪਰ ਡਿੱਗ ਪੈਣਾ ਸੀ ਜਾਂ ਉਸ ਮਹਿਲ ਨੇ ਡਿੱਗ ਪੈਣਾ ਸੀ। ਬੁੱਢੇ ਨੇ ਕਿਉਂ ਸੰਤਾਂ ਦੀ ਗੱਲ ਨਹੀਂ ਸੀ ਮੰਨੀ? ਉੱਤਰ ਹੈ ਲਾਲਚ ਕਾਰਨ। ਪ੍ਰਸ਼ਨ ਨੰਬਰ 18, ਬੁੱਢੇ ਨੂੰ ਚੱਕੀ ਚਲਾਉਂਦਿਆਂ ਕਿੰਨਾ ਸਮਾਂ ਬੀਤ ਗਿਆ ਸੀ? ਉੱਤਰ ਹੈ ਸਾਰੀ ਜਵਾਨੀ। ਪ੍ਰਸ਼ਨ, ਬੰਦਾ ਚੱਕੀ ਚਲਾਉਣ ਤੋਂ ਛੁਟਕਾਰਾ ਕਿਵੇਂ ਪਾ ਸਕਦਾ ਸੀ ਜਾਂ ਬੰਦੇ ਦਾ ਛੁਟਕਾਰਾ ਚੱਕੀ ਚਲਾਉਣ ਤੋਂ ਕਿਵੇਂ ਹੋ ਸਕਦਾ ਸੀ? ਕਿਸੇ ਹੋਰ ਲਾਲਚੀ ਬੰਦੇ ਦੇ ਆਉਣ ਨਾਲ। ਫਿਰ ਬੇਟਾ ਉਹਨੇ ਉੱਥੇ ਨੀਤੀ ਬਣਾਉਣੀ ਸੀ ਕਿ ਜਿਵੇਂ ਉਹਨੇ ਕਿਹਾ ਸੀ ਕਿ ਉਹ ਪੁੱਛੂ ਤੂੰ ਉਰੇ ਕੀ ਕਰਦਾ? ਉਹਨੇ ਕਹਿਣਾ ਸੀ 1 ਮਿੰਟ ਚੱਕੀ ਚਲਾ, ਮੈਂ ਤੈਨੂੰ ਦੱਸਦਾ। ਮਤਲਬ ਇਹ ਨਹੀਂ ਸੀ ਵੀ ਜਿਵੇਂ ਮੈਨੂੰ ਇਹਨੇ ਫੜਾਈ ਹੈ ਚੱਕੀ ਫਸਾਇਆ ਉਵੇਂ ਮੈਂ ਵੀ ਇਹੀ ਸ਼ਬਦ ਬੋਲ ਕੇ ਜਿਹੜਾ ਕੋਈ ਹੋਰ ਲਾਲਚੀ ਉਰੇ ਆਊਗਾ ਚੌਥਾ ਦੀਵਾ ਬਾਲ ਕੇ ਵੀ ਉਸ ਤਰ੍ਹਾਂ ਮੈਂ ਜਿਹੜਾ ਬਚ ਸਕਦਾ। ਬੁੱਢੇ ਨੇ ਅੰਤ ਵਿੱਚ ਸਭ ਲੋਕਾਂ ਨੂੰ ਉੱਚੀ ਉੱਚੀ ਬੋਲ ਕੇ ਕੀ ਦੱਸਣ ਲਈ ਕਿਹਾ? ਉੱਤਰ ਹੈ ਲਾਲਚ ਬੁਰੀ ਬਲਾ। ਹੁਣ ਜਦੋਂ ਉਹ ਫਸ ਜਾਂਦਾ ਲਾਲਚੀ ਬੰਦਾ ਤਾਂ ਉਹ ਕਹਿੰਦਾ ਵੀ ਹੁਣ ਤੂੰ ਭਾਈ ਬਾਹਰ ਜਾ ਰਿਹਾ, ਤੂੰ ਕੀ ਕਹੇਂਗਾ ਬਾਹਰ? ਉਹ ਕਹਿੰਦਾ ਮੈਂ ਬਾਹਰ ਜਾ ਕੇ ਇੱਕੋ ਗੱਲ ਕਹਿਣੀ ਹੈ, ਲਾਲਚ ਬੁਰੀ ਬਲਾ ਹੈ। ਪ੍ਰਸ਼ਨ ਨੰਬਰ 21, ਇੱਕ ਬੰਦਾ, ਇੱਕ ਬੁੱਢਾ, ਇੱਕ ਸਾਧੂ ਕਿਸ ਕਹਾਣੀ ਦੇ ਪਾਤਰ ਹਨ? ਉੱਤਰ ਹੈ ਲਾਲਸਾ ਦੀ ਚੱਕੀ। ਪ੍ਰਸ਼ਨ ਨੰਬਰ 22, ਨੀਤੀ ਕਥਾ ਕਿਹੜੀ ਹੈ? ਲਾਲਸਾ ਦੀ ਚੱਕੀ। ਸੋ ਇਹ ਸਨ ਬੇਟਾ ਵੈਰੀ ਸ਼ਾਰਟ ਪ੍ਰਸ਼ਨ ਉੱਤਰ ਲਾਲਸਾ ਦੀ ਚੱਕੀ ਕਹਾਣੀ ਦੇ ਸੰਬੰਧ ਵਿੱਚ। ਸੋ ਉੱਪਰ ਅਸੀਂ ਡਿਟੇਲ ਦੇ ਵਿੱਚ ਜਿਹੜੀ ਇਹ ਕਹਾਣੀ ਪੜ੍ਹਨ ਦੀ ਕੋਸ਼ਿਸ਼ ਕੀਤੀ ਆ। ਸੋ ਇਸ ਕਹਾਣੀ ਨੂੰ ਹੋਰ ਜ਼ਿਆਦਾ ਵਿਸਤਾਰਪੂਰਵਕ ਪੜ੍ਹਨ ਲਈ ਤੁਸੀਂ ਆਪਣੀ 11ਵੀਂ
ਕਲਾਸ ਦੀ ਪਾਠ ਪੁਸਤਕ 11 ਵਿੱਚੋਂ ਇਸ ਕਹਾਣੀ ਨੂੰ ਜ਼ਰੂਰ ਪੜ੍ਹਨਾ ਹੈ। ਉਮੀਦ ਕਰਦੇ ਹਾਂ ਇਹ ਕਹਾਣੀ ਭਵਿੱਖ ਵਿੱਚ ਤੁਹਾਡੇ ਲਈ ਕਾਰਗਰ ਸਿੱਧ ਹੋਵੇਗੀ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।